विच आया हों विच गया, हों 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 विच जमिया हों विच मूआ, हों विच जमिया हों विच मूआ, हों विच जमिया हों विच मूआ, हों विच ਸਾਹਿਬ ਜੀ जमिया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। गुरु सवारी साध संगत जी, मेरा तीसरा लेक्चर है हौमे ते। बेनती है कि साडे सारिਆਂ ਦੇ अंदर पंज दोख ਹਨ: काम, क्रोध, लोभ, मोह, अहंकार। हौमे इस तो वखरा दोष है। हौमे बहुत लंबा डूंगा दोष है सारिਆਂ ਦੇ अंदर, सारी कायनात ਦੇ अंदर, ਸਾਰਿਆਂ ਦੇ ਅੰਦਰ ਹਉਮੈ ਦਾ ਰੋਗ ਹੈ। ਤੇ ਪੰਜ ਦੋਖਾਂ ਤੋਂ ਵੱਖਰਾ ਰੋਗ ਹੈ। ਦੂਸਰੀ ਬੇਨਤੀ ਹੈ ਕਿ ਅਗਰ ਸਾਡੇ 'ਚ ਨਿਮਰਤਾ ਬਹੁਤ ਹੈ ਤੇ ਕੀ ਸਾਡਾ ਹਉਮੈ ਦਾ ਰੋਗ ਚਲਾ ਗਿਆ? ਮੇਰੀ ਬੇਨਤੀ ਹੈ ਕਿ ਇਹ ਨਹੀਂ ਸਮਝਣਾ ਕਿ ਨਿਮਰਤਾ ਆ ਗਈ ਹੈ, ਹਉਮੈ ਦਾ ਰੋਗ ਚਲਾ ਗਿਆ। ਇਸੇ ਤਰ੍ਹਾਂ ਅਗਰ ਸਾਡੇ ਬੜੇ ਮਿੱਠੇ ਬੋਲ ਹਨ, ਕੀ ਇਹ ਸਮਝ ਸਕਦੇ ਹਾਂ ਕਿ ਸਾਡੇ 'ਚ ਹਉਮੈ ਦਾ ਰੋਗ ਨਾਸ ਹੋ ਗਿਆ? ਮੇਰੀ ਬੇਨਤੀ ਹੈ ਕਿ ਇਹ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਹਉਮੈ ਦਾ ਰੋਗ ਚਲਾ ਗਿਆ। ਅਗਰ ਅਸੀਂ ਆਪਣੇ ਆਪ ਨੂੰ ਨੀਵਾਂ ਸਮਝਦੇ ਹਾਂ ਕਿ ਹਉਮੈ ਦਾ ਰੋਗ ਚਲਾ ਗਿਆ, ਇਹ ਜ਼ਰੂਰੀ ਨਹੀਂ ਕਿ ਹਉਮੈ ਦਾ ਰੋਗ ਚਲਾ ਗਿਆ। ਅਸੀਂ ਇੱਦਾਂ ਹੀ ਜਾਣਨਾ, ਇੱਦਾਂ ਹੀ ਪਛਾਣਨਾ। ਅਗਰ ਸਾਡੇ ਅੰਦਰ ਦਾਸ ਦੀ ਭਾਵਨਾ ਬਣੀ ਹੋਈ ਹੈ ਕਿ ਸਮਝ ਸਕਦੇ ਹਾਂ ਕਿ ਹਉਮੈ ਦਾ ਰੋਗ ਚਲਾ ਗਿਆ। ਇੱਥੇ ਵੀ ਇਹ ਹੈ, ਸਾਡੇ ਦਾਸ ਦੀ ਭਾਵਨਾ ਹੈ, ਭਾਵੇਂ ਸਾਡੇ ਅੰਦਰ ਦਾਸ ਦੀ ਭਾਵਨਾ ਹੈ, ਜ਼ਰੂਰੀ ਨਹੀਂ ਕਿ ਸਾਡਾ ਹਉਮੈ ਦਾ ਰੋਗ ਵੀ ਨਾਸ ਹੋ ਗਿਆ। ਹਉਮੈ ਦਾ ਰੋਗ ਬੜਾ ਅੰਦਰ ਦਾ ਰੋਗ ਹੈ। ਇਹਨੂੰ ਨਾਸ਼ ਕਰਨ ਵਾਸਤੇ ਸਾਨੂੰ ਗਿਆਨ, ਜਿਹੜਾ ਗੁਰਬਾਣੀ ਦਾ ਗਿਆਨ ਹੈ, ਉਹਨੂੰ ਦ੍ਰਿੜ ਕਰਨਾ ਪੈਣਾ ਹੈ। ਭਗਤੀ ਕਰਨੀ ਪੈਣੀ ਹੈ, ਗੁਣਾਂ ਨੂੰ ਧਾਰਨ ਕਰਨਾ ਪੈਣਾ ਹੈ ਤੇ ਸਤਿਗੁਰੂ ਜੀ ਦੇ ਬਚਨਾਂ ਤੇ ਪੂਰਨ ਪ੍ਰਤੀਤ ਲਿਆਉਣੀ ਪੈਣੀ ਹੈ। ਲੰਬਾ ਸਮਾਂ ਲੱਗ ਸਕਦਾ ਹੈ, ਪਰ ਅਗਰ ਅਸੀਂ ਇਹ ਸਮਝ ਲਈਏ ਕਿ ਅਗਰ ਅਸੀਂ ਕਾਮਯਾਬ ਹੋ ਜਾਂਦੇ ਹਾਂ ਤੇ ਸਾਨੂੰ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ। ਜਿੰਨੀਆਂ ਵੀ ਪ੍ਰਾਪਤੀਆਂ ਗੁਰਬਾਣੀ ਦਿੱਤੀਆਂ ਹੋਈਆਂ ਸਾਰੀਆਂ ਸਾਨੂੰ ਹੋ ਜਾਣਗੀਆਂ ਅਗਰ ਅਸੀਂ ਹਉਮੈ ਨੂੰ ਕੰਕਰ ਕਰ ਲੈਂਦੇ ਹਾਂ। ਅੱਜ ਮੈਂ ਆਸਾ ਦੀ ਵਾਰ ਚੋਂ ਜੋ ਹਉਮੈ ਦਾ ਕਨਸੈਪਟ ਹੈ, ਬੜਾ ਕਲੀਅਰਲੀ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ। ਸਾਨੂੰ ਇੱਕ ਇੱਕ ਲਾਈਨ ਤੇ ਵਿਚਾਰ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਹਉਮੈ ਦੇ ਕਨਸੈਪਟ ਨੂੰ, ਹਉਮੈ ਦੇ ਸੰਕਲਪ ਨੂੰ ਅੱਛੀ ਤਰ੍ਹਾਂ ਜਾਣ ਸਕੀਏ, ਪਛਾਣ ਸਕੀਏ। ਸੋ ਜੋ ਫਰਮਾਨ ਹਨ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਹਉ ਵਿੱਚ ਆਇਆ ਹਉ ਵਿੱਚ ਗਿਆ, ਜੀਵ ਹਉ ਵਿੱਚ ਜਗ ਵਿੱਚ ਆਉਂਦਾ ਹੈ, ਹਉ ਵਿੱਚ ਹੀ ਜਗ ਤੋਂ ਚਲਿਆ ਜਾਂਦਾ ਹੈ। ਕਈ ਵੀਰ ਕਹਿੰਦੇ ਨੇ ਜੀ ਮੈਨੂੰ ਹਉਮੈ ਆ ਜਾਂਦੀ, ਅਗਰ ਮੈਂ ਆਪਣੇ ਆਪ ਨੂੰ ਕੁਛ ਕਹਿ ਦੇਵਾਂ ਕਿ ਮੇਰੇ ਪਾਸ ਆਹ ਚੀਜ਼ ਹੈਗੀ, ਮੈਂ ਆਹ ਬਣ ਗਿਆ। ਮੇਰੀ ਬੇਨਤੀ ਹੁੰਦੀ ਹੈ ਕਿ ਹਉਮੈ ਕਦੇ ਜਾਂਦੀ ਹੀ ਨਹੀਂ। ਜਿਹੜੀ ਚੀਜ਼ ਜਾਂਦੀ ਨਹੀਂ, ਸਦਾ ਸਾਡੇ ਅੰਦਰ ਵੱਸਦੀ ਆ, ਅਸੀਂ ਕਦੇ ਨਹੀਂ ਕਹਿ ਸਕਦੇ ਕਿ ਸਾਡੇ 'ਚ ਹਉਮੈ ਆ ਜਾਏਗੀ, ਕਿਉਂਕਿ ਸਾਡੇ ਅੰਦਰ ਹਉਮੈ ਤਾਂ ਵਸੀ ਹੋਈ ਹੈ, ਉਹ ਇੱਕ ਪਲ ਵਾਸਤੇ ਜਾਂਦੀ ਨਹੀਂ। ਸੋ ਅਸੀਂ ਹਉਮੈ ਵਿੱਚ ਹੀ ਜਗਤ ਵਿੱਚ ਆਉਂਦੇ ਹਾਂ, ਹਉਮੈ ਵਿੱਚ ਹੀ ਜਗਤ ਵਿੱਚ ਰਹਿੰਦੇ ਹਾਂ, ਹਉਮੈ ਵਿੱਚ ਹੀ ਜਗਤ ਤੋਂ ਚਲੇ ਜਾਂਦੇ ਹਾਂ। ਅਗਲਾ ਫਰਮਾਨ, ਹਉ ਵਿੱਚ ਜੰਮਿਆ ਹਉ ਵਿੱਚ ਮੋਆ। ਹਉ ਵਿੱਚ ਹੀ ਜੰਮਦਾ ਹੈ, ਹਉ ਵਿੱਚ ਹੀ ਮਰਦਾ ਹੈ।
ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਦਾਨ ਦਿੰਦਾ ਹੈ ਅਤੇ ਹੋਂ ਵਿੱਚ ਲੈਂਦਾ ਹੈ। ਇਹ ਨਹੀਂ ਕਿ ਜਿਹੜਾ ਲੈਂਦਾ ਦਾਨ ਉਹਦੇ 'ਚ ਹਉਮੈ ਨਹੀਂ ਹੁੰਦੀ, ਇਹ ਵੀ ਨਹੀਂ ਕਿ ਜਿਹੜਾ ਦਾਨ ਦਿੰਦਾ ਉਹ 'ਚ ਹਉਮੈ ਨਹੀਂ ਹੁੰਦੀ। ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ। ਖਟਿਆ ਤੋਂ ਮੁਰਾਦ ਹੈ ਕਿ ਮੈਂ ਭਗਤੀ ਕੀਤੀ, ਕਿ ਮੈਂ ਕਮਾਈ ਕੀਤੀ ਨਾਮ ਦੀ, ਗੁਰਬਾਣੀ ਦੀ ਕਮਾਈ ਕੀਤੀ। ਗਿਆ ਤੋਂ ਮੁਰਾਦ ਹੈ ਕਿ ਮੈਂ ਆਪਣੀ ਕੀਤੀ ਹੋਈ ਕਮਾਈ ਸਾਰੀ ਗਵਾ ਲਈ ਮਾੜੇ ਕੰਮ ਕਰਕੇ, ਪਰਮੇਸ਼ਰ ਨੂੰ ਭੁੱਲ ਕੇ। ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ। ਹੋਂ ਵਿੱਚ ਖਟਦਾ ਹੈ, ਹੋਂ ਵਿੱਚ ਹੀ ਗਵਾਉਂਦਾ ਹੈ। ਹੋਂ ਵਿੱਚ ਸਚਿਆਰ ਕੁੜਿਆਰ। ਹੋਂ ਵਿੱਚ ਭਗਤੀ ਕਰਕੇ ਅਤੇ ਹੋਂ ਨੂੰ ਗਵਾ ਕੇ ਸਚਿਆਰ ਬਣਦਾ ਹੈ ਅਤੇ ਹੋਂ ਵਿੱਚ ਰਹਿ ਕੇ ਪਾਪ ਇਕੱਠੇ ਕਰਕੇ ਕੁੜਿਆਰ ਬਣਦਾ ਹੈ। ਤੁਸੀਂ ਭਗਤੀ ਹੋਂ ਵਿੱਚ ਹੀ ਕਰਨੀ ਹੈ। ਅਸੀਂ ਭਗਤੀ ਕਰ ਕਰਕੇ ਹੋਂ ਨੂੰ ਗਵਾਉਣਾ ਹੈ ਤੇ ਸਚਿਆਰ ਬਣਨਾ ਹੈ। ਹੋਂ ਵਿੱਚ ਪਾਪ ਪੁੰਨ ਵਿਚਾਰ। ਹੋਂ ਵਿੱਚ ਪਾਪ ਪੁੰਨ ਦਾ ਵਿਚਾਰ ਕਰਦਾ ਹੈ। ਹੋਂ ਵਿੱਚ ਨਰਕ ਸੁਰਗ ਅਵਤਾਰ। ਹੋਂ ਵਿੱਚ ਨਰਕ ਵਿੱਚ ਜਾਂਦਾ ਹੈ, ਹੋਂ ਵਿੱਚ ਹੀ ਸੁਰਗ ਵਿੱਚ ਜਾਂਦਾ ਹੈ। ਇਹ ਨਹੀਂ ਕਿ ਸੁਰਗ ਵਿੱਚ ਉਹ ਜਾਂਦਾ ਜਿਹਦੀ ਹਉਮੈ ਨਹੀਂ ਹੁੰਦੀ, ਹਉਮੈ ਵਿੱਚ ਹੀ ਸੁਰਗ ਵਿੱਚ ਜਾਂਦਾ ਹੈ। ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ। ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ। ਹੋਂ ਵਿੱਚ ਪਾਪਾਂ ਨੂੰ ਇਕੱਠੇ ਕਰਦਾ ਹੈ, ਹੋਂ ਵਿੱਚ ਹੀ ਪਾਪਾਂ ਨੂੰ ਧੋਂਦਾ ਹੈ। ਹੋਂ ਵਿੱਚ ਜਾਤੀ ਜਿਨਸੀ ਖੋਵੈ। ਹੋਂ ਵਿੱਚ ਹੀ ਜਾਤ ਪਾਤ ਦੇ ਖਿਆਲ ਨਾਲ ਆਪਣਾ ਅੱਗਾ ਵਿਗਾੜ ਲੈਂਦਾ ਹੈ। ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ। ਹੋਂ ਵਿੱਚ ਹੀ ਮੂਰਖ ਹੁੰਦਾ ਹੈ ਅਤੇ ਹੋਂ ਵਿੱਚ ਹੀ ਸਿਆਣਾ ਹੁੰਦਾ ਹੈ। ਮੋਖ ਮੁਖ ਕੀ ਸਾਰ ਨ ਜਾਣਾ। ਭਾਵੇਂ ਮੂਰਖ ਭਾਵੇਂ ਸਿਆਣਾ ਹੋਵੇ, ਹੋਂ ਦਾ ਕਰਕੇ ਮੋਖ ਮੁਕਤੀ ਦੀ ਸਮਝ ਨਹੀਂ ਆਉਂਦੀ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ। ਹੋਂ ਵਿੱਚ ਮਾਇਆ ਨਾਲ ਪਿਆਰ ਕਰਦਾ ਹੈ ਅਤੇ ਹੋਂ ਵਿੱਚ ਹੀ ਮਾਇਆ ਦੇ ਪ੍ਰਭਾਵ ਵਿੱਚ ਰਹਿੰਦਾ ਹੈ। ਹਉਮੈ ਕਰ ਕਰ ਜੰਤ ਉਪਾਇਆ। ਜੀਵਾਂ ਵਿੱਚ ਹਉਮੈ ਪਾ ਕੇ ਪਰਮੇਸ਼ਰ ਜਗਤ ਪੈਦਾ ਕਰਦਾ ਹੈ। ਹਉਮੈ ਬੁਝੈ ਤਾਂ ਦਰ ਸੁਝੈ। ਹਉਮੈ ਦੀ ਸਮਝ ਆਉਣ ਨਾਲ ਹੀ ਪਰਮੇਸ਼ਰ ਦੇ ਦਰ ਦੀ ਸੋਝੀ ਪੈਂਦੀ ਹੈ। ਹਉਮੈ ਬੁਝੈ ਤਾਂ ਦਰ ਸੁਝੈ। ਹਉਮੈ ਦੀ ਨਾਸ ਹੋਣ ਨਾਲ ਹੀ ਪਰਮੇਸ਼ਰ ਦਾ ਦਰ ਦਾ ਪਤਾ ਲੱਗਦਾ ਹੈ। ਪਹਿਲਾਂ ਤਾਂ ਹਉਮੈ ਦੀ ਸਮਝ ਲੱਗੇਗੀ, ਫਿਰ ਹਉਮੈ ਨੂੰ ਨਾਸ ਕਰਨ ਵਾਸਤੇ ਭਗਤੀ ਕਰੇਗਾ। ਜਿੰਨੀ ਜਿੰਨੀ ਹਉਮੈ ਉਹਦੀ ਚਲੀ ਜਾਏਗੀ, ਉਹਨਾਂ ਉਹ ਪਰਮੇਸ਼ਰ ਦੇ ਨੇੜੇ ਹੁੰਦਾ ਜਾਏਗਾ। ਗਿਆਨ ਵਿਹੂਣਾ ਕਥ ਕਥ ਲੂਝੈ। ਹਉਮੈ ਦੇ ਗਿਆਨ ਤੋਂ ਸਖਣਾ, ਗਿਆਨ ਦੀਆਂ ਗੱਲਾਂ ਆਖ ਆਖ ਕੇ ਆਪਣੇ ਆਪ ਨੂੰ ਲੂੰਹਦਾ ਹੈ। ਗਿਆਨ ਵਿਹੂਣਾ ਕਥ ਕਥ ਲੂਝੈ। ਨਾਨਕ ਹੁਕਮੀ ਲਿਖਿਐ ਲੇਖ। ਇਹ ਨਾਨਕ ਲੇਖ ਉਹਦੇ ਹੁਕਮ ਵਿੱਚ ਲਿਖੇ ਜਾਂਦੇ ਹਨ। ਜਿਹਾ ਵੇਖੈ ਤੇਹਾ ਵੇਖ। ਜਿਹੀ ਦ੍ਰਿਸ਼ਟੀ ਨਾਲ ਉਹ ਦੂਸਰਿਆਂ ਵੱਲ ਵੇਖਦਾ ਹੈ, ਉਹੀ ਦ੍ਰਿਸ਼ਟੀ ਉਹਦੀ ਬਣ ਜਾਂਦੀ ਹੈ। ਸੋ ਹਉਮੈ ਦੇ ਜੋ ਫਰਮਾਨ ਹਨ, ਇਹਨਾਂ ਨੂੰ ਬੜੇ ਡੂੰਘੇ ਵਿਚਾਰ ਦੀ ਲੋੜ ਹੈ, ਤਾਂ ਕਿ ਅਸੀਂ ਪੂਰੀ ਤਰ੍ਹਾਂ ਹਉਮੈ ਦੇ ਸੰਕਲਪ ਨੂੰ ਸਮਝ ਸਕੀਏ। ਮਹਲਾ ਦੂਜਾ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ। ਹਉਮੈ ਦਾ ਇਹੋ ਸੁਭਾਅ ਹੈ ਕਿ ਹਉਮੈ ਵਿੱਚ ਹੀ ਸਾਰੇ ਕਰਮ ਕੀਤੇ ਜਾਂਦੇ ਹਨ।
ਹਉਮੈ ਏਈ ਬੰਧਨਾ ਫਿਰ ਜੋਨੀ ਪਾਹੇ। ਹਉਮੈ ਦੀ ਜੰਜੀਰ ਕਰਕੇ ਹੀ ਜੂਨਾਂ ਵਿੱਚ ਆਉਣਾ ਜਾਣਾ ਪੈਂਦਾ ਹੈ। ਸੋ ਇੱਥੋਂ ਸਾਨੂੰ ਇਹ ਗੱਲ ਦ੍ਰਿੜ ਕਰ ਲੈਣੀ ਚਾਹੀਦੀ ਹੈ ਕਿ ਜਿੰਨੀ ਦੇਰ ਅਸੀਂ ਹਉਮੈ ਵਿੱਚ ਹਾਂ ਉਨੀ ਦੇਰ ਸਾਡਾ ਜਨਮ ਮਰਨ ਦਾ ਚੱਕਰ ਨਹੀਂ ਮਿਟੇਗਾ। ਹਉਮੈ ਨੂੰ ਮਿਟਾ ਕੇ ਹੀ ਅਸੀਂ ਜਨਮ ਮਰਨ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਹਉਮੈ ਦੀ ਬੰਧਨਾ ਇਹ ਹੈ ਕਿ ਫਿਰ ਜੋਨੀ ਪਾਹੇ। ਹਉਮੈ ਦੀ ਜੰਜੀਰ ਕਰਕੇ ਹੀ ਜੂਨਾਂ ਵਿੱਚ ਆਉਣਾ ਜਾਣਾ ਪੈਂਦਾ ਹੈ। ਸੋ ਜਿੰਨੀ ਦੇਰ ਤੱਕ ਅਸੀਂ ਇਹ ਆਪਣਾ ਗੋਲ ਨਹੀਂ ਬਣਾ ਲੈਂਦੇ ਔਰ ਗੋਲ ਬਣਾ ਕੇ ਅਸੀਂ ਪੂਰਾ ਯਤਨ ਨਹੀਂ ਕਰਦੇ, ਲੱਗੇ ਨਹੀਂ ਰਹਿੰਦੇ ਯਤਨਾਂ ਵਿੱਚ ਸਾਰੀ ਉਮਰ ਹਉਮੈ ਨੂੰ ਕੰਕਰ ਕਰਨ ਵਾਸਤੇ, ਉਨੀ ਦੇਰ ਤੱਕ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਨੂੰ ਜੂਨਾਂ ਵਿੱਚ ਹੀ ਆਉਣਾ ਜਾਣਾ ਪੈਣਾ ਹੈ ਜਿੰਨੀ ਦੇਰ ਹਉਮੈ ਤੋਂ ਮੁਕਤੀ ਨਹੀਂ ਹੁੰਦੀ। ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ। ਹਉਮੈ ਕਿੱਥੋਂ ਪੈਦਾ ਹੁੰਦੀ ਹੈ ਅਤੇ ਕਿਹੜੇ ਤਰੀਕੇ ਨਾਲ ਦੂਰ ਕੀਤੀ ਜਾ ਸਕਦੀ ਹੈ। ਹਉਮੈ ਇਹੋ ਹੁਕਮ ਹੈ ਪੈ ਕਿਰਤ ਫਰਾਹੇ। ਹਉਮੈ ਪਰਮੇਸ਼ਰ ਦੇ ਹੁਕਮ ਵਿੱਚ ਹੀ ਪੈਦਾ ਹੁੰਦੀ ਹੈ, ਜਿਸ ਕਰਕੇ ਜੀਵ ਆਪਣੇ ਕਰਮਾਂ ਅਨੁਸਾਰ ਜੂਨਾਂ ਵਿੱਚ ਘੁੰਮਦਾ ਫਿਰਦਾ ਹੈ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਹਉਮੈ ਲੰਬਾ ਰੋਗ ਹੈ ਪਰੰਤੂ ਇਸ ਦੀ ਦਵਾ ਵੀ ਇਸ ਵਿੱਚ ਹੀ ਹੈ। ਇਹਨੂੰ ਸਮਝਣ ਦੀ ਲੋੜ ਹੈ। ਹਉਮੈ ਲੰਮਾ ਰੋਗ ਹੈ। ਲੰਮਾ ਜਿਸ ਵਾਸਤੇ ਇਹਦੇ ਨਾਲ ਗਿਆਨ ਅਸੀਂ ਇਹਨੂੰ ਦੂਰ ਕਰਨ ਵਾਸਤੇ ਗਿਆਨ, ਗੁਰੂ ਦਾ ਗਿਆਨ, ਗੁਰਬਾਣੀ ਦਾ ਗਿਆਨ ਅਸੀਂ ਦ੍ਰਿੜ ਕਰਨਾ ਹੈ। ਤਪੱਸਿਆ ਕਰਨੀ ਹੈ, ਭਾਰੀ ਤਪੱਸਿਆ ਕਰਨੀ ਹੈ। ਔਗਣਾਂ ਨੂੰ ਕੱਢਣਾ ਹੈ, ਗੁਣਾਂ ਨੂੰ ਧਾਰਨ ਕਰਨਾ ਹੈ ਔਰ ਪਰਮੇਸ਼ਰ ਦੇ ਗੁਰੂ ਦੇ ਬਚਨਾਂ ਤੇ ਪੂਰਨ ਭਰੋਸਾ ਲਿਆਉਣਾ, ਪੂਰਨ ਪ੍ਰਤੀਤ ਲਿਆਉਣੀ। तो लंबा समा लग सकता है, पर मैं समझदा है कि जिहड़ा वीर भैन भी गुरु के बचनों नूं दृढ़ कर लेगा उन्हें कामयाबी अवश्य मिलेगी। निराशता की लोड़ नहीं, ये समझण की लोड़ नहीं कि कामयाब नहीं होना। लंबा समा लगेगा पर कामयाबी अवश्य मिलेगी, अवश्य मिलेगी, विदाउट फेल मिलेगी। इस निश्चय नाल ही असी एफर्ट करनी है। ये निश्चय मन च रख के ही अपना गोल बनाना है कि हौमे नूं असीं फाइट आउट करना है। हौमे दीर्घ रोग है दारू पी इस माहे। दारू पी इस माहे तो मुराद ये है कि मैं फैसला, मैं गोल तय किया कि हौमे नूं मैं कंकर करना, परमेश्वर नूं मैं पाउणा। ये हौमे च मेरा गोल है। मैं भगती कर रहा, ये हौमे च मैं भगती करनी है। हौमे नूं नाश करने का फैसला ये भी हौमे च मैं किया। सो हौमे च भगती करके हौमे नूं नाश करना। तो दारू पी इस माहे, ये मैं विच ही दारू है। क्यों मैं सोचदा मैं मेरा एक गोल है, मैं मेहनत करनी है, मैं तपस्या करनी है, मैं हौमे नूं मारना। तो ਇਹਦਾ दारू ਇਹਦੇ ਵਿੱਚ ਹੀ ਹਉਮੈ ਜੀ, ਹਉਮੈ ਚੋਂ ਵੀ दारू निकलना है। ਇਹਦੀ ਦਵਾ ਵੀ ਹਉਮੈ ਦੀ, ਹਉਮੈ ਦੇ ਵਿੱਚ ਹੀ ਹੈ। तो दारू पी इस माहे कृपा करे जे अपनी तां गुर का शब्द कमाहे। सो अगर कृपा होए जिस मनुख ते कृपा होंदी, जेड़े वीर भैन ते सतगुरु जी की कृपा होएगी वही गोल तय करेगा, वही तपस्या करेगा, भक्ति करेगा और गोल की पूर्ति वास्ते अपना पूरा यत्न करता रहेगा। जिथे गुरु की कृपा होएगी उसे नहीं करना है। पर मैं समझदा जेड़े वीर भैन भी जुड़े हैं
ਇਸ ਪ੍ਰੋਗਰਾਮ ਵਿੱਚ ਉਹ ਬੜੇ ਉੱਚੇ ਭਾਗਾਂ ਵਾਲੇ ਨੇ, ਕਿਉਂਕਿ ਉਹ ਇਸ ਪ੍ਰੋਗਰਾਮ 'ਚ ਜੁੜ ਕੇ ਆਪਣਾ ਗੋਲ ਬਣਾਉਣਗੇ ਹਉਮੈ ਨੂੰ ਦੂਰ ਕਰਨ ਦਾ। ਉਹ ਦੂਰ ਕਰਨ ਵਾਸਤੇ ਪੂਰਨ ਇਰਾਦੇ ਨਾਲ ਪੂਰਨ ਯਤਨ ਕਰਨਗੇ। ਨਾਨਕ ਕਹਿ ਸੁਣੋ ਜਨੋ, ਇਹ ਸੰਜਮ ਦੁਖ ਜਾਵੇ। ਸੋ ਗੁਰੂ ਦੇ ਸ਼ਬਦ ਦੀ ਕਮਾਈ, ਗੁਰਬਾਣੀ ਦੇ ਬਚਨਾਂ ਦੀ ਕਮਾਈ। ਗੁਰੂ ਦਾ ਸ਼ਬਦ ਗੁਰਮੰਤਰ ਹੈ, ਗੁਰੂ ਦੇ ਸ਼ਬਦ ਤੋਂ ਮੁਰਾਦ ਗੁਰਬਾਣੀ ਹੈ। ਸੋ ਗੁਰਬਾਣੀ ਦੀ ਕਮਾਈ ਕਰਨੀ ਹੈ। ਗੁਰਬਾਣੀ 'ਚ ਗਿਆਨ ਦਿੱਤਾ ਹੋਇਆ ਹੈ, ਅਸੀਂ ਗਿਆਨ ਨੂੰ ਸਮਝਣਾ ਹੈ, ਗਿਆਨ ਨੂੰ ਦ੍ਰਿੜ ਕਰਨਾ ਹੈ, ਗਿਆਨ ਨੂੰ ਕਮਾਉਣਾ ਹੈ, ਸ਼ਬਦ ਦੀ ਕਮਾਈ ਕਰਨੀ ਹੈ। ਕਿਉਂਕਿ ਸ਼ਬਦ ਦੀ ਕਮਾਈ, ਗੁਰਮੰਤਰ ਦੀ ਕਮਾਈ ਤੋਂ ਬਿਨਾਂ ਹਉਮੈ ਨੇ ਜਾਣਾ ਨਹੀਂ। ਅਗਰ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਏਗਾ ਤੇ ਸਾਡੀ ਹਉਮੈ ਦੂਰ ਹੋ ਜਾਏਗੀ। ਇਸ ਸੰਬੰਧ ਵਿੱਚ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਆਪ ਜੀ ਦੇ ਚਰਨਾਂ 'ਚ ਸਾਰਿਆਂ ਦੇ। ਕਈ ਵੀਰ ਭੈਣ ਮੈਨੂੰ ਮਿਲਦੇ ਹਨ, ਕਹਿੰਦੇ ਸਾਡੇ ਸਾਸ ਗਰਾਸ ਨਾਮ ਚੱਲਦਾ ਹੈ ਪਰ ਸਾਡੀਆਂ ਬਿਮਾਰੀਆਂ ਨਹੀਂ ਜਾ ਰਹੀਆਂ। ਉਹ ਇਹ ਵੀ ਕਹਿੰਦੇ ਨੇ ਕਿ ਸਾਡੇ ਹਿਰਦੇ ਵਿੱਚ ਨਾਮ ਹੁੰਦਾ ਹੈ। ਤਾਂ ਮੈਂ ਇਸ ਸੰਬੰਧ ਬੇਨਤੀ ਕਰਨੀ ਚਾਹਾਂਗਾ ਕਿ ਉਹਨਾਂ ਨੂੰ ਇਸ ਗੱਲ ਦੀ ਗਲਤ ਸਮਝ ਬੈਠੇ ਨੇ। ਹਿਰਦੇ ਤੋਂ ਮੁਰਾਦ ਹੈ ਸੁਖਮਨ। ਹਿਰਦੇ ਤੇ ਪਹੁੰਚਣਾ ਅਸੀਂ ਕਿੱਦਾਂ? ਜਿਹੜੇ ਉੱਪਰਲੇ ਕਪਾਟ ਖੁੱਲਣਗੇ। ਪਹਿਲਾ ਦਰਵਾਜ਼ਾ ਹੈ ਸੂਰਜ ਦਾ, ਦੂਸਰਾ ਦਰਵਾਜ਼ਾ ਹੈ ਚੰਦਰਮੇ ਦਾ, ਤੀਸਰਾ ਦਰਵਾਜ਼ਾ ਹੈ ਸੁਖਮਨ ਦਾ। ਸੁਖਮਨ 'ਚ ਹੀ ਪਹੁੰਚਣਾ ਹੈ। ਅਗਰ ਸਾਡੇ ਹਿਰਦੇ ਵਿੱਚ ਨਾਮ ਹੋਏਗਾ ਤਾਂ ਹੀ ਅਸੀਂ ਪਹੁੰਚ ਸਕਾਂਗੇ। ਹਿਰਦੇ ਵਿੱਚ ਨਾਮ ਨੂੰ ਅਸੀਂ ਵਸਾਉਣਾ ਹੈ। ਮੇਰਾ ਆਪਣਾ ਤਜਰਬਾ ਇਹ ਕਹਿੰਦਾ ਹੈ ਕਿ ਅਗਰ ਹਿਰਦੇ 'ਚ ਨਾਮ ਹੋਏਗਾ, ਕੋਈ ਬਿਮਾਰੀ ਰਹਿ ਨਹੀਂ ਸਕਦੀ, ਕੋਈ ਬਿਮਾਰੀ ਨੇੜੇ ਨਹੀਂ ਆ ਸਕਦੀ। ਸੋ ਇਹ ਗੱਲ ਸਾਰਿਆਂ ਨੂੰ ਸਪਸ਼ਟ ਹੋਣੀ ਚਾਹੀਦੀ, ਸਾਰੇ ਵੀਰਾਂ ਭੈਣਾਂ ਨੂੰ। ਔਰ ਇਹ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ, ਨਹੀਂ ਕਹਿਣਾ ਚਾਹੀਦਾ ਕਿ ਮੇਰੇ ਸਾਸ ਗਰਾਸ ਨਾਮ ਚੱਲਦਾ। ਇਹਨਾਂ ਬੜੀ ਗਲਤਫਹਿਮੀ ਹੋ ਜਾਂਦੀ ਹੈ। तो अगर हृदय च नाम होएगा, कोई बीमारी नेड़े नहीं आ सकती, कोई बीमारी रह नहीं सकती। ये गल जिहड़ी सच्चाई है। पिछली बार मैं तुहानूं जो फरमान ने शेयर कीते सी कि हौमे दा रोग चला गया तो शरीर अरोग हो गया। शरीर के नेड़े कोई भी रोग नहीं रहेगा। अगर हौमे दा रोग चले जाता है तो 5 दोख भी नष्ट हो जाएंगे, सारे मन और तन के रोग सारे ही नष्ट हो जाएंगे, कोई रोग नहीं रहेगा। तो अगर हृदय में गुरमंत्र का वासा हो जाएगा, कोई रोग नेड़े नहीं आ सकेगा। सारे वीरां भैणां ने इस सच्चाई को समझ लेना और दृढ़ कर लेना। भुल चुक की क्षमा। सारे फतेह बुलाओ। वाहिगुरू जी का खालसा, वाहिगुरू जी की फतेह। हों विच आया, हों विच गया, हों विच आया, हों विच गया, हों विच जमिया, हों विच मूआ, हों विच जमिया, हों विच मूआ, हों विच देता, हों विच लया, हों विच देता, हों विच लया, हों विच खटिया, हों विच गया, हों विच खटिया, हों विच गया, हों विच सचियार कूड़ियार, हों विच सचियार कूड़ियार, हों विच पाप पुन विचार, हों विच पाप पुन विचार, हों विच नरक सुरग अवतार, हों विच नरक सुरग अवतार, हों विच हसै,
ਹਉ ਵਿੱਚ ਰੋਵੈ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੁਖ ਮੁਕਤ ਕੀ ਸਾਰ ਨ ਜਾਣਾ ਮੁਖ ਮੁਕਤ ਕੀ ਸਾਰ ਨ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਬੂਝੈ ਤਾਦਰ ਸੂਝੈ ਹਉ ਮੈਂ ਬੂਝੈ ਤਾਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖਿਐ ਲੇਖ ਜੇਹਾ ਵੇਖੈ ਤੇਹਾ ਵੇਖ ਨਾਨਕ ਹੁਕਮੀ ਲਿਖਿਐ ਲੇਖ ਜੇਹਾ ਵੇਖੈ ਤੇਹਾ ਵੇਖ ਵਾਹਿਗੁਰੂ 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 ਵਾਹਿਗੁਰੂ